ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ, ਅੱਜ 4 ਅਗਸਤ 2015 20 ਸਾਵਨ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੀਆਂ ਅਹਿਮ ਖਬਰਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਜਦੋਂ ਅਸੀਂ ਆਪਣੇ ਦੁਸ਼ਮਣ ਦੇ ਅੱਡ-ਅੱਡ ਹਥਿਆਰਾਂ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਪਾਵਰਫੁਲ ਹਥਿਆਰ ਜਿਹੜਾ ਉਹਨਾਂ ਕੋਲ ਹੈ ਉਹ ਨਿਊਕਲੀਅਰ ਨਹੀਂ ਹੈ। ਨਿਊਕਲੀਅਰ ਤਾਂ ਪਾਕਿਸਤਾਨ ਕੋਲ ਵੀ ਹੈ, ਚੀਨ ਕੋਲ ਵੀ ਹੈ ਜੀ, ਪਰ ਜਿਸ ਦੇ ਵਿੱਚ ਸ਼ਾਇਦ ਉਹਨਾਂ ਦਾ ਕੋਈ ਸਾਨੀ ਨਹੀਂ, ਉਹ ਹੈ ਮਿਸ ਇਨਫੋਰਮੇਸ਼ਨ, ਗੁੰਮਰਾਹਕੁਨ ਪ੍ਰਚਾਰ, ਵੱਡੇ ਵੱਡੇ ਝੂਠ, ਔਰ ਫਿਰ ਬੋਲਣੇ ਵੀ ਇਸ ਖੂਬਸੂਰਤੀ ਨਾਲ। ਔਰ ਇਸ ਕਿਸਮ ਦੇ ਚੈਨਲਸ ਉਹਨਾਂ ਨੇ ਖੜੇ ਕਰ ਦਿੱਤੇ ਨੇ, ਇਕੱਲੇ ਟੀਵੀ ਚੈਨਲ ਨਹੀਂ, ਪ੍ਰਿੰਟ ਮੀਡੀਆ, ਜਿਹਦੇ 'ਚ ਉਹਨਾਂ ਦਾ ਇੱਕ ਜ਼ਮਾਨਾ ਸੀ ਕਿ ਵੀ ਖਬਰਾਂ ਸਾਰੀਆਂ ਹੀ ਸੈਂਸਰ ਬੋਰਡ ਵਾਲੀਆਂ ਹੀ ਉੱਥੋਂ ਅਪਰੂਵ ਹੋ ਕੇ ਨਿਕਲਦੀਆਂ ਸੀ। ਇਕੱਲਾ ਐਮਰਜੈਂਸੀ ਦੇ ਜ਼ਮਾਨੇ 'ਚ ਨਹੀਂ ਹੋਇਆ। ਇਸ ਕਿਸਮ ਦਾ ਜਿਹੜਾ ਸੈਂਸਰ ਹੈ ਉਹ ਰਿਹਾ ਹੀ ਹੈ, ਲਾਗੂ ਹੀ ਰਿਹਾ ਕਿ ਖਾਸ ਤੌਰ 'ਤੇ ਜਿਸ ਹਵਾਲੇ ਨਾਲ ਜਿਹੜੀ ਖਬਰ ਘੱਟ ਗਿਣਤੀਆਂ ਦੇ ਹੱਕ 'ਚ ਜਾਂਦੀ ਹੋਏ, ਸਿੱਖਾਂ ਦੇ, ਮੁਸਲਮਾਨਾਂ ਦੇ, ਈਸਾਈਆਂ ਦੇ, ਉਹ ਜਿਹੜਾ ਗਰਾਊਂਡ ਵਾਲਾ ਜਿਹੜਾ ਜਰਨਲਿਸਟ ਹੈ ਉਹ ਸਟੋਰੀ ਕਰ ਵੀ ਲਏ, ਉਹ ਪਹਿਲੇ ਨਿਊਜ਼ ਡੈਸਕ ਤੱਕ ਪਹੁੰਚਦਿਆਂ ਡੈਡ ਹੋ ਜਾਂਦੀ ਹੈ। ਜੇ ਉੱਥੋਂ ਵੀ ਹੋ ਜਾਏ ਤਾਂ ਫਿਰ ਕਿਤੇ ਨਾ ਕਿਤੇ ਵੱਡੇ ਐਡੀਟਰ ਦੀ ਨਜ਼ਰ ਪੈ ਜਾਂਦੀ ਹੈ, ਉੱਥੇ ਡੈਡ ਹੋ ਜਾਂਦੀ ਹੈ। ਲੇਕਿਨ ਪਿਛਲੇ ਕੁਝ ਸਮੇਂ ਤੋਂ ਮੈਂ ਇਹ ਦੇਖ ਰਿਹਾ ਕਿ ਕਿਵੇਂ ਅੱਗੇ ਤਾਂ ਹੁੰਦਾ ਸੀ ਕਿ ਵੀ ਤੁਸੀਂ ਖਬਰਦਾਰ ਹੁੰਦੇ ਹੋ। ਮੈਂ 1991 'ਚ ਜਦੋਂ ਸਪੋਕਸਪਰਸਨ ਪੰਥਕ ਕਮੇਟੀ ਦੇ ਤੌਰ ਤੇ ਸੇਵਾ ਸ਼ੁਰੂ ਕੀਤੀ ਜੀ, ਤੇ 2-3 ਬੜੇ ਸਿਆਣੇ ਬੰਦੇ ਜਿਹੜੇ ਆਲਰੇਡੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਬਹੁਤ ਕੁਝ ਦੇਖਿਆ ਹੋਇਆ ਸੀ, ਉਹ ਰਿਟਾਇਰਡ ਸਨ ਹਾਇਰ ਪੋਸਟਾਂ ਤੋਂ, ਇੱਥੇ ਹੀ ਮੈਨੂੰ ਮਿਲੇ ਔਰ ਸਾਡੇ ਨਾਲ ਸਨੇਹ ਵੀ ਕਰਦੇ ਸੀ। ਤੇ ਉਹਨਾਂ ਤੋਂ ਜਿਵੇਂ ਤੁਸੀਂ ਇੱਕ ਬੱਚੇ ਦੇ ਤੌਰ ਤੇ ਪੁੱਛਦੇ ਹੋ ਕਿ ਜੀ ਇਹ ਅਸੀਂ ਜਿਹੜੀ ਹੈ ਸੇਵਾ ਸਾਨੂੰ ਮਿਲੀ ਹੈ ਔਰ ਸਾਨੂੰ ਕਿਸ ਗੱਲ ਦੀ ਜਿਹੜੀ ਹੈ ਉਹ ਖਾਸ ਇhtiyat ਰੱਖਣੀ ਚਾਹੀਦੀ ਹੈ, ਜਾਂ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਤੁਸੀਂ ਉਹਨਾਂ ਦੀ ਰਾਏ ਮੰਗਦੇ ਹੋ ਜਾਂ ਉਹਨਾਂ ਦੇ ਐਕਸਪੀਰੀਅੰਸ ਦੇ ਬੇਸਡ ਉਹਨਾਂ ਤੋਂ ਕੁਝ ਸੁਝਾਅ ਮੰਗਦੇ ਹੋ ਜੀ। ਸੋ ਉਹਨਾਂ ਚੋਂ ਇੱਕ ਬੜੇ ਸਿਆਣੇ ਸੱਜਣ ਜਿਨ੍ਹਾਂ ਨੇ ਬੜੇ ਹਾਇਰ ਅਪ ਤੱਕ ਸੇਵਾ ਕੀਤੀ ਹੋਈ ਸੀ, ਉਹ ਮੈਨੂੰ ਕਹਿਣ ਲੱਗੇ ਕਿ ਬੇਟਾ ਸਭ ਤੋਂ ਜਿਹੜਾ ਖਤਰਨਾਕ ਪਾਰਟ ਹੁੰਦਾ ਹੈ ਨਾ, ਉਹ ਮੀਡੀਆ ਹੁੰਦਾ ਜੀ। ਔਰ ਤੁਸੀਂ ਜਦੋਂ ਵੀ ਕਿਸੇ ਮੀਡੀਆ ਨਾਲ ਮਿਲਦੇ ਹੋ, ਖਾਸ ਤੌਰ ਤੇ ਉਹਨਾਂ ਨੇ ਇੰਡੀਅਨ ਮੀਡੀਆ ਦੇ ਹਵਾਲੇ ਨਾਲ ਕਿਹਾ, ਉਹਨਾਂ ਨੇ ਕਿਹਾ ਵੀ ਇਸ ਗੱਲ ਦਾ ਖਿਆਲ ਰੱਖੋ ਵੀ ਇੱਕ ਤਾਂ ਇਹਨਾਂ ਨੂੰ ਮਿਲੋ ਹੀ ਨਾ। ਤੁਸੀਂ ਅਮਰੀਕਨ ਮੀਡੀਆ ਨਾਲ ਡੀਲ ਕਰ ਲਓ, ਪ੍ਰਿੰਟ ਮੀਡੀਆ ਨਾਲ ਕਰ ਲਓ, ਇਲੈਕਟ੍ਰੋਨਿਕ ਨਾਲ ਕਰ ਲਓ, ਜੇ ਉਹਨਾਂ ਦਾ ਕੋਈ ਬਹੁਤ ਵੱਡਾ ਅਦਾਰਾ ਜਿਹੜਾ ਆਪਣੇ ਆਪ ਨੂੰ ਬੜਾ ਚੰਗੇ ਰੈਪੂਟੇਸ਼ਨ ਵਾਲਾ ਕਹਿੰਦੇ ਜੀ, ਉਹ ਤੁਹਾਡੇ ਤੱਕ ਪਹੁੰਚ ਕਰਦਾ ਹੈ ਤੇ ਉਹਨਾਂ ਨੂੰ ਵੀ 1-to-1 ਇੰਟਰਵਿਊ ਨਾ ਦਿਓ। ਉਹਨਾਂ ਨੂੰ ਵੀ ਕਿਉਂ ਜੀ ਕਿ ਉਹਨਾਂ ਨੂੰ ਵੀ ਕਹੋ ਕਿ ਜੀ ਸਵਾਲ ਤੁਸੀਂ ਲਿਖਤੀ ਤੌਰ ਤੇ ਸਾਨੂੰ ਅਸੀਂ ਤੁਹਾਨੂੰ ਦਿਆਂਗੇ ਜੀ, ਔਰ ਤੁਸੀਂ ਸਾਨੂੰ ਦਿਓ ਸਵਾਲ ਔਰ ਜਵਾਬ ਤੁਹਾਨੂੰ ਅਸੀਂ ਲਿਖਤੀ ਤੌਰ ਤੇ ਹੀ ਦਿਆਂਗੇ, ਤਾਂ ਕਿ ਕੋਈ ਵੀ ਚੀਜ਼ ਤੁਹਾਡੇ ਕੋਲ ਇੱਕ ਰਿਕਾਰਡ ਵੀ ਹੋਏਗਾ ਔਰ ਤੁਹਾਨੂੰ ਪਤਾ ਹੋਏਗਾ ਵੀ ਤੁਸੀਂ ਕੀ ਕਿਹਾ ਤੇ ਉਹਦੇ ਉਸ ਸਟੋਰੀ ਨਾਲ ਘੱਟ ਛੇੜਛਾੜ ਕਰ ਸਕਣਗੇ। ਉਹਨਾਂ ਨੇ ਕਿਹਾ ਵੀ ਉਹਦੇ 'ਚ ਵੀ ਭਾਵੇਂ ਜਵਾਬ ਤੁਹਾਡਾ ਹੀ ਹੋਣ, ਹੈਡਲਾਈਨ ਬਣਾਉਣ ਦਾ ਰਾਈਟ ਉਹਨਾਂ ਕੋਲ ਹੁੰਦਾ ਜੀ। ਉਹਦੇ 'ਚ ਉਹਦੀ ਹੈਡਲਾਈਨ ਦੇ ਵਿੱਚ ਗੜਬੜ ਕਰ ਸਕਦੇ ਨੇ, ਵੀ ਗੜਬੜ ਜ਼ਰੂਰ ਕਰਨਗੇ, ਉਹ ਕੋਈ ਸਟੋਰੀ ਇਦਾਂ ਦੀ ਨਹੀਂ ਦੇਣਗੇ ਜਿਹੜੀ ਕਿ ਸਿੱਖਾਂ ਦੇ ਹੱਕ 'ਚ ਜਾਂਦੀ ਹੋਏ। ਸੋ ਅਸੀਂ ਇਸ ਫਾਰਮੂਲੇ ਨੂੰ ਬੜਾ ਸਟ੍ਰਿਕਟਲੀ ਫੋਲੋ ਕੀਤਾ ਔਰ ਇਸ ਸਾਰੇ ਪੀਰੀਅਡ 'ਚ ਮੈਂ ਸਮਝਦਾ ਵੀ ਇੱਕ ਮੈਨੂੰ ਯਾਦ ਹੈ ਕਿ ਉਹ ਵੀ ਜਦੋਂ ਪਹਿਲੀ ਵਾਰ ਗੁਰਦੁਆਰਾ ਸਾਹਿਬ ਵੀ ਬੀਬੀ ਮਿਲੀ, ਇੰਡੀਆ ਵੈਸਟ ਅਖਬਾਰ ਸੀ, ਉਹਨਾਂ ਦੀ ਕੋਰਸਪੋਂਡੈਂਟ ਸੀ ਵਿਜੀ ਸੁੰਦਰਮ, ਪਹਿਲੀ ਵਾਰ ਆਈ ਔਰ ਉਦੋਂ ਅਜੇ ਇੰਨਾ ਜ਼ਿਆਦਾ ਜਿਹੜਾ ਪਾਰਟ ਖਾਸ ਤੌਰ ਤੇ ਸਾਊਥ ਇੰਡੀਆ ਜਿਵੇਂ ਬੀਜੇਪੀ ਨੇ ਹੁਣ ਹਿੰਦੂਆਈਜ਼ ਕਰ ਦਿੱਤਾ ਹੈ, ਨਹੀਂ ਸੀ, ਉਹਨੂੰ ਹਿੰਦੀ ਵੀ ਨਹੀਂ ਸੀ ਆਉਂਦੀ ਜੀ। ਔਰ ਗੁਰਦੁਆਰਾ ਸਾਹਿਬ ਤੋਂ ਬਾਅਦ ਜਦੋਂ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਖੋਲ੍ਹਿਆ, ਕਿਉਂਕਿ ਜਦੋਂ ਉਸ ਨੂੰ ਮੈਂ ਰਾਊਂਡ ਕਰਵਾਇਆ ਫਰੀਮੌਂਟ ਗੁਰਦੁਆਰੇ ਦਾ ਇਨੋਗ੍ਰੇਸ਼ਨ ਦੇ ਵੇਲੇ, ਉਦੋਂ ਤਾਂ ਮੈਂ ਅਜੇ ਪੜ੍ਹਦਾ ਸੀ, ਇਹ ਨਹੀਂ ਸੀ ਸੇਵਾ। ਫਿਰ ਜਦੋਂ ਆਫਿਸ ਖੋਲ੍ਹਿਆ ਤਾਂ ਜਾ ਰਿਹਾ ਸੀ ਕੈਲੀਫੋਰਨੀਆ ਸੈਂਟਾ ਕਲਾਰਾ ਸ਼ੁਰੂ ਕੀਤਾ, ਉਹ LA ਬੇਸਡ ਸੀ। ਸੋ ਉਹਦੀ ਕਾਲ ਆਈ, ਆਲਰੇਡੀ ਫੈਮਿਲੀਅਰ ਸੀ, ਔਰ ਉਹਨੇ ਕਿਹਾ ਕਿ ਜੀ ਮੈਂ ਖਾਲਿਸਤਾਨ ਅਫੇਅਰ ਸੈਂਟਰ ਤੇ ਸਟੋਰੀ ਕਰਨਾ ਚਾਹੁੰਦੀ ਹਾਂ। ਤੇ ਉਹਨਾਂ ਕੁ ਐਕਸਪੋਜ਼ਰ ਮੈਂ ਦੇਖਿਆ ਸੀ ਕਿ ਪਹਿਲੀ ਸਟੋਰੀ ਉਹਦੀ ਸਿੱਖਾਂ ਬਾਰੇ ਬੜੀ ਫੇਅਰ ਸੀ। ਸੋ ਉਹਨੇ
ਸਟੋਰੀ ਕੀਤੀ ਔਰ ਬੜੀ ਫੇਅਰ ਸਟੋਰੀ ਸੀ ਕਿ ਵੀ ਕੀ ਖਾਲਿਸਤਾਨ ਅਫੇਅਰ ਸੈਂਟਰ ਦਾ ਹੋਏਗਾ ਮਕਸਦ ਜਾਂ ਦੂਜੇ। ਬਾਅਦ ਦੇ ਵਿੱਚ ਉਹ ਰੈਡ ਇਫੋਨ ਦੇ ਨੈਟ ਵੀ ਚਲੀ ਗਈ, ਉੱਥੇ ਵੀ ਇੱਕ ਦੋ ਵਾਰੀ ਉਹਨੇ ਸਟੋਰੀਜ਼ ਕੀਤੀਆਂ, ਪਰ ਇੱਕ ਅੱਧਾ ਕਮੈਂਟ ਉਹ ਮੇਰਾ ਲੈ ਲੈਂਦੇ ਸੀ ਔਰ ਜਿਵੇਂ ਸੀ ਉਹਨੂੰ ਕੋਟ ਅਨਕੋਟ ਦੇ ਦਿੰਦੇ ਸੀ। ਉਸ ਤੋਂ ਬਾਅਦ ਜਿਹੜਾ ਓਨਲੀ ਕੋਰਸਪੋਂਡੈਂਟ ਉੱਥੋਂ ਸਾਊਥ ਏਸ਼ੀਆ ਤੋਂ ਆਉਣ ਵਾਲਾ ਜਿਨ੍ਹਾਂ ਨਾਲ ਮੈਂ ਡੀਲ ਕੀਤਾ, ਰਾਇਟਰ ਨਿਊਜ਼ ਏਜੰਸੀ ਨਾਲ ਵੀ ਔਰ ANI ਨਾਲ ਵੀ ਸੰਬੰਧਿਤ ਸੀ, ਮੈਂ ਉਹਨਾਂ ਦਾ ਨਾਂ ਨਹੀਂ ਲਵਾਂਗਾ ਜੀ। ਔਰ ਉਹਨਾਂ ਨੇ ਹਾਲਾਂ ਉਹ 2-3 ਵਾਰ ਯੂਬਾ ਸਿਟੀ ਨਗਰ ਕੀਰਤਨ ਦੇ ਮੌਕੇ ਉਹਨਾਂ ਨੇ ਮੈਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਮੈਂ ਅਵੋਇਡ ਕੀਤਾ, ਫਿਰ ਮਿਲਣ ਦੀ ਕੀਤੀ। ਤੀਸਰੀ ਚੌਥੀ ਵਾਰ ਉਹਨਾਂ ਨੇ ਪੰਜਾਬ 'ਚੋਂ ਕਿਸੇ ਦਾ ਰੈਫਰੈਂਸ ਦੇ ਕੇ ਮੈਨੂੰ ਫਿਰ ਉਹਨਾਂ ਨੇ ਕਿਹਾ ਜੀ ਤੁਹਾਨੂੰ ਲੱਗਦਾ ਹੋਣਾ ਵੀ ਅਸੀਂ ਏਜੰਸੀਆਂ ਲਈ ਕੰਮ ਕਰਦੇ ਹਾਂ, ਕਹਿੰਦਾ ਵੀ ਸਾਨੂੰ ਕੁਛ ਨਾ ਕੁਛ ਕਰਨਾ ਪੈਂਦਾ, ਪਰ ਇਵੇਂ ਵੀ ਨਹੀਂ ਹੈ, ਅਸੀਂ ਫਿਰ ਵੀ ਜਿਹੜਾ ਸਿੱਖ ਦੇ ਨਾਤੇ ਵੀ ਸੋਚਦੇ ਹਾਂ। ਸੋ ਉਹਨਾਂ ਨਾਲ ਵੀ ਹਾਲਾਂਕਿ ਫਿਰ ਕੁਛ ਦੇਰ ਬਾਅਦ ਉਹਨਾਂ ਦੀਆਂ ਕੁਝ ਸਟੋਰੀਜ਼, ਬੇਸ਼ੱਕ ਉਹ ਕਦੇ ਵੀ ਸ਼ਬਦ ਖਾਲਿਸਤਾਨ ਨਹੀਂ ਸੀ ਲਿਖਦੇ ਮੇਰੇ ਨਾਂ ਨਾਲ, ਖਾਲਿਸਤਾਨ ਅਫੇਅਰ ਸੈਂਟਰ ਨਹੀਂ, ਸਿੱਖ ਲੀਡਰ ਫਰਮ ਯੂਨਾਈਟਡ ਸਟੇਟਸ, ਪਰ ਕੁਛ ਦੇਰ ਬਾਅਦ ਜਦੋਂ 3-4-5 ਸਟੋਰੀਜ਼ ਕੁਛ ਵਕਤ ਦੇ ਵਿੱਚ ਛਪੀਆਂ ਤੇ ਉਹਨਾਂ ਦੇ ਹੈੱਡ ਆਫਿਸ ਨੂੰ ਵੀ ਨੋਟ ਕਰ ਲਿਆ, ਫਿਰ ਉਹਨੂੰ ਵੀ ਸਨੱਬ ਕਰ ਦਿੱਤਾ। ਫਿਰ ਉਹਨੇ ਕਹਿਣਾ ਹੀ ਸ਼ੁਰੂ ਕਰ ਦਿੱਤਾ ਜੀ ਕਿ ਜੇ ਮੈਂ ਤੁਹਾਡੇ ਨਾਂ ਨਾਲ ਲਾ ਕੇ ਭੇਜਾਂਗਾ ਤੇ ਜਿਹੜਾ ਬਾਕੀ ਵੀ ਭੇਜਣਾ ਉਹ ਵੀ ਸਟੋਰੀ ਬਲੌਕ ਹੋਏਗੀ। ਮੈਂ ਕਿਹਾ ਤੂੰ ਮੈਨੂੰ ਇਮਾਨਦਾਰੀ ਨਾਲ ਇਹ ਕਿਹਾ, ਸੋ ਹੁਣ ਤੈਨੂੰ ਲੋੜ ਨਹੀਂ ਹੈ ਫਿਕਰ ਕਰਨ ਦੀ। ਸੋ ਐਤਕੀ ਜਦੋਂ ਕਿ ਇਹ ਸਾਰਾ ਪਾਰਟ ਹੁਣ ਰੈਫਰੈਂਡਮ 2020 ਦੀ ਗੱਲ ਚੱਲ ਰਹੀ ਹੈ ਔਰ ਇਹ ਸਾਰੇ ਦੇ ਦੌਰਾਨ ਹੀ ਅਕਾਲੀ ਲੀਡਰ GK ਸਿਰਸਾ ਉਹ ਆਏ ਜੋ ਉਹਨਾਂ ਦੀ ਦੁਰਗਤ ਅਮਰੀਕਾ ਕੈਨੇਡਾ 'ਚ ਹੋਈ, ਔਰ ਇਸ ਤੋਂ ਇਲਾਵਾ ਬਾਪੂ ਸੂਰਤ ਸਿੰਘ ਹੋਰਾਂ ਦਾ ਜਿਹੜਾ ਮੁੱਦਾ ਹੈ ਉਹਨਾਂ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਦਾ, ਘੱਲੂਘਾਰੇ ਦੀ 31ਵੀਂ ਦੁਖਦ ਯਾਦ ਤੋਂ ਬਾਅਦ ਜਿਸ ਕਿਸਮ ਦਾ ਮਾਹੌਲ ਚਾਰ ਚਫੇਰੇ ਬਣਿਆ, ਹੁਣ ਜ਼ਾਹਰ ਹੈ ਕਿ ਵੀ ਹਾਲਾਂਕਿ ਮੈਂ ਬੜਾ ਖਬਰਦਾਰ ਹੁੰਦਾ ਕਿ ਵੀ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਨੇ ਔਰ ਇਸ ਪੱਖੋਂ ਮੀਡੀਆ ਦੇ ਪੱਖੋਂ ਵੀ ਜਿਸ ਕਿਸਮ ਦੀਆਂ ਸਟੋਰੀਜ਼ ਅਸੀਂ ਇਸ ਪ੍ਰੋਗਰਾਮ 'ਚ ਵੀ ਡਿਸਕਸ ਕਰਦੇ ਰਹੇ ਕਿ ਕਿਵੇਂ ਸਟੋਰੀਜ਼ ਪਲਾਂਟ ਕੀਤੀਆਂ ਜਾ ਰਹੀਆਂ, ਪਰ ਇਸੇ ਦੌਰਾਨ ਵਾਸ਼ਿੰਗਟਨ DC ਦੇ ਇੱਕ ਸੋਰਸ ਨੇ ਮੈਨੂੰ ਕਮਿਊਨੀਕੇਟ ਕੀਤਾ ਕਿ ਜੀ ਹਿੰਦੁਸਤਾਨ ਟਾਈਮਜ਼ ਦਾ ਚੰਡੀਗੜ੍ਹ ਬੇਸਡ ਜਿਹੜਾ ਬਿਊਰੋ ਹੈ ਉੱਥੋਂ ਦੇ ਕੋਰਸਪੋਂਡੈਂਟ ਜਿਹੜੇ ਨੇ ਉਹਨਾਂ ਦਾ ਉਹ ਇੱਥੇ ਆਏ ਨੇ ਔਰ ਮੈਂ ਚਾਹਾਂਗਾ, ਉਹਨਾਂ ਨੇ ਕਿਹਾ ਕਿ ਜੀ ਉਹ ਤੁਹਾਨੂੰ ਮਿਲਣਾ ਚਾਹੁੰਦੇ ਨੇ ਔਰ ਇਹ ਸਾਰੀ ਮੂਵਮੈਂਟ ਬਾਰੇ। ਮੈਂ ਕੁਛ ਦੇਰ ਜਿਹੜਾ ਉਹ ਸ਼ਸ਼ੋਪੰਨ 'ਚ ਰਿਹਾ ਜੀ ਕਿਉਂਕਿ ਮੈਂ ਆਲਰੇਡੀ ਮਨ ਬਣਾਇਆ ਸੀ, ਫਿਰ ਮੈਨੂੰ ਇਹ ਕਨਫਰਮੇਸ਼ਨ ਹੋਈ ਵੀ ਉਹ ਸਿੱਖ ਹੈ, ਦਸਤਾਰ ਰੱਖੀ ਹੋਈ ਹੈ ਔਰ ਕਈ ਵਾਰੀ ਸਾਨੂੰ ਕੁਛ ਚੀਜ਼ਾਂ ਇਹ ਸਾਡੀ ਕਮਜ਼ੋਰੀ ਵੀ ਬਣ ਜਾਂਦੀਆਂ ਨੇ ਔਰ ਅਸੀਂ ਬੜੀ ਰਿਲੈਕਟੈਂਸ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਵੀ ਮਿਲ ਲਿਆ ਜਾਏ ਜੀ। ਮੈਂ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਕਿ ਮੈਂ ਆਪਣੇ ਨਾਲ ਡਾਕਟਰ ਰਣਜੀਤ ਸਿੰਘ ਜਿਹੜੇ ਕਿ ਸਿੱਖ ਯੂਥ ਆਫ ਅਮਰੀਕਾ ਦੇ ਜਨਰਲ ਸੈਕਟਰੀ ਨੇ ਉਹਨਾਂ ਨੂੰ ਵੀ ਮੈਂ ਨਾਲ ਲੈ ਗਿਆ ਤਾਂ ਕਿ ਕੱਲ ਨੂੰ ਇਹ ਨਾ ਹੋਏ ਕਿ ਜੀ ਉਹਨਾਂ ਨੇ ਇਹ ਕਿਹਾ ਸੀ ਛਪਿਆ ਕੀ, ਦੂਜਾ ਕੀ ਹੋਇਆ, ਤੀਜਾ ਕੀ ਹੋਇਆ। ਚਲੋ ਹੁਣ ਉਹ ਜਿਹੜੀ ਵੀ ਡੀਟੇਲ ਸਟੋਰੀ ਉਸ ਕੋਰਸਪੋਂਡੈਂਟ ਨੇ ਕੀਤੀ ਉਹ ਅੱਜ ਹਿੰਦੁਸਤਾਨ ਟਾਈਮਜ਼ ਦੇ ਵਿੱਚ ਛਪੀ ਹੈ ਔਰ ਮੇਰਾ ਉਹ ਖਦਸ਼ਾ ਜਿਹੜਾ ਕਿ 25 ਸਾਲ ਪਹਿਲਾਂ ਮੈਂ ਡਿਸਾਈਡ ਕੀਤਾ ਸੀ ਔਰ ਦੇਖਿਆ ਸੀ ਕਿ ਵੀ ਕਿਸ ਹੱਦ ਤੱਕ ਕਿ ਜਾਂਦੇ ਨੇ ਉਹ ਕਾਫੀ ਸੱਚ ਸਾਬਤ ਹੋਇਆ। ਹਾਲਾਂਕਿ ਜਦੋਂ ਇੰਟਰਵਿਊ ਮੈਂ ਦੇ ਚੁੱਕਾ ਹੈ ਉਸ ਤੋਂ ਬਾਅਦ ਇੱਕ ਸਟੋਰੀ ਜਿਹੜੀ ਹਿੰਦੁਸਤਾਨ ਟਾਈਮਜ਼ ਦੇ ਇਸ ਕੋਰਸਪੋਂਡੈਂਟ ਨੇ ਵਾਸ਼ਿੰਗਟਨ DC 'ਚ ਕੀਤੀ ਉਹਦੀ ਕਿਸੇ ਨੇ ਮੈਨੂੰ ਕਾਪੀ ਭੇਜੀ ਔਰ ਉਹਦੇ ਥੱਲੇ ਲਿਖਿਆ ਹੋਇਆ ਸੀ ਕਲਿੱਪਿੰਗ ਦਾ ਹਿੰਦੁਸਤਾਨ ਟਾਈਮਜ਼ 'ਚ ਕਿ ਵੀ ਇਹ ਕੋਰਸਪੋਂਡੈਂਟ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਰਚੇ ਤੇ ਜਿਹੜਾ ਉਹ ਅਮਰੀਕਾ ਦਾ ਦੌਰਾ ਕਰ ਰਿਹਾ ਜੀ। ਹੁਣ ਜੇ ਉਹ ਆਰਟੀਕਲ ਮੇਰੀ ਨਜ਼ਰ 'ਚੋਂ ਪਹਿਲਾਂ ਗੁਜ਼ਰ ਜਾਂਦਾ ਹੈ, ਮੈਂ ਦੇਖਿਆ ਹੁੰਦਾ ਕਿ ਵੀ ਇਹ ਤਾਂ ਉਹਨਾਂ ਦੀ ਟੀਮ ਦਾ ਹਿੱਸਾ ਹੈ, ਉਹਨਾਂ ਨੇ ਫਾਈਨੈਂਸ ਕੀਤਾ, ਸੋ ਜ਼ਾਹਰ ਹੈ ਅਖਬਾਰਾਂ ਇੱਦਾਂ ਲਿਖਦੀਆਂ ਨਹੀਂ, ਅਖਬਾਰਾਂ ਦੇ ਉਹ ਆਪਣੀਆਂ ਜਿਵੇਂ ANI ਜਾਂ ਰਾਇਟਰ ਉਹਨਾਂ ਨੇ ਆਪਣੀ ਨਿਊਜ਼ ਆਈਟਮ ਦੇ ਲਈ ਕੋਈ ਨਿਊਜ਼ ਇੱਥੇ ਹੋਏ ਉਹਦੇ ਲਈ ਕਵਰ ਭੇਜਦੇ ਨੇ, ਕੋਈ ਇਵੈਂਟ ਹੋਏ ਜੀ। ਸੋ ਅਲਟੀਮੇਟਲੀ ਜੋ ਮਿਸ ਇਨਫੋਰਮੇਸ਼ਨ ਦੀ ਮੈਂ ਗੱਲ ਕੀਤੀ ਹੈ ਕਿ ਜ਼ਾਹਰ ਹੈ ਕਿ ਵੀ ਜਿਹੜਾ ਮਿਸ਼ਨ ਮਨਜੀਤ ਸਿੰਘ GK ਔਰ ਇਸ ਟੀਮ ਦਾ ਸੀ ਕਿ ਬਾਹਰਲੇ ਸਿੱਖਾਂ ਨੂੰ ਪਹਿਲਾਂ ਬਲੈਕ ਲਿਸਟਾਂ ਦਾ ਰੌਲਾ ਪਾ ਕੇ ਕਿ ਜੀ ਅਸੀਂ ਇਹ ਦੂਰ ਕਰਾਂਗੇ, ਫਿਰ ਐਂਡ ਅਪ ਇਸ ਤੇ ਥੱਲੇ ਹੋਏ ਕਿ ਸਟੇਟ ਡਿਪਾਰਟਮੈਂਟ ਨੂੰ ਮੈਮੋਰੈਂਡਮ ਦਿੱਤਾ ਕਿ ਜੀ ਜਿਨ੍ਹਾਂ ਨੂੰ ਇੱਥੇ ਅਸਾਈਲਮ ਮਿਲੀ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਕਰੋ ਜੀ। ਔਰ ਅਜੇ ਤੱਕ ਉਹਨਾਂ ਨੇ ਈਵਨ ਉਹ ਕਹਿੰਦੇ ਨੇ ਜੀ ਨਹੀਂ ਅਸੀਂ ਇਹ ਨਹੀਂ ਕਿਹਾ, ਅਸੀਂ ਤਾਂ ਇੱਕ ਜਥੇਬੰਦੀ ਬਾਰੇ ਕਿਹਾ ਸੀ ਕਿ ਜੀ ਇਹ ਫਰਾਡ ਕਰ ਰਹੇ ਨੇ ਅਸਾਈਲਮ। ਮੈਂ ਕਿਹਾ ਜੀ ਤੁਸੀਂ ਹਰ ਜਿਹੜੀ ਐਕਟੀਵਿਟੀ ਤੁਸੀਂ ਕਰਦੇ ਹੋ ਸਬਮਿਟ ਉਹਦੀ ਕਾਪੀ ਤੁਸੀਂ ਕਿਉਂ ਨਹੀਂ ਮੀਡੀਆ ਨੂੰ ਜਾਰੀ ਕੀਤੀ ਜੀ ਕਿ ਤੁਸੀਂ ਮੈਮੋਰੈਂਡਮ ਕੀ ਕਿਹਾ, ਕਿਉਂਕਿ ਤੁਸੀਂ ਕਾਪੀ ਜਾਰੀ ਨਹੀਂ ਕੀਤੀ ਦਾ ਮਤਲਬ ਹੈ ਕਿ ਜੋ ਖਬਰ ਇਹ ਆਈ ਹੈ ਗਲਤ ਨਹੀਂ ਹੈ ਕਿ ਵੀ ਤੁਸੀਂ ਇਹ ਕਿਹਾ। ਚਲੋ ਮੈਂ ਜ਼ਿਆਦਾ ਵਕਤ ਨਾ ਲਵਾਂ, ਹੁਣ ਇਹ ਜਿਹੜੀ ਸਟੋਰੀ ਹੈ ਉਹਦੇ 'ਚ ਸਾਨੂੰ ਤਾਂ ਬੇਸ਼ੱਕ ਲਗਭਗ 1 ਘੰਟੇ ਦਾ ਇੰਟਰਵਿਊ ਸੀ, ਲੇਕਿਨ ਉਹਨੇ ਜਿਹੜੀਆਂ 2 ਕੋਟ ਸਾਡੀਆਂ ਦਿੱਤੀਆਂ ਨੇ ਉਹ ਇੱਕ ਤਾਂ ਆਲਮੋਸਟ ਠੀਕ ਹੈ
ਲੇਕਿਨ ਇੱਕ ਦੇ ਵਿੱਚ ਉਹਨੇ ਪਿਛਲੀ ਨੂੰ ਵੀ ਉਲਟਾ ਕੇ ਔਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਅਸੀਂ 6 ਫॉर ਜਸਟਿਸ ਵੱਲੋਂ ਜਿਹੜਾ ਰੈਫਰੈਂਡਮ 2020 ਹੈ ਉਹਦੇ ਅਸੀਂ ਵਿਰੋਧ 'ਚ ਹੋਈਏ ਔਰ ਇਹੀ ਮਿਸਚੀਫ ਉਹ ਕਰਨਾ ਚਾਹੁੰਦੇ ਨੇ ਬਾਹਰ। ਹੁਣ ਉਹਨਾਂ ਨੂੰ ਵੀ ਪਤਾ ਹੈ ਵੀ ਕਿਹਦੀ ਸਟਰੈਂਥ, ਕਿਹੜੇ ਅਲਾਈ, ਕਿਹੜੇ ਇੱਕੋ ਜਿਹੀ ਸੋਚ ਵਾਲੇ ਕਿਵੇਂ ਰਲ ਕੇ ਕੰਮ ਕਰ ਰਹੇ ਨੇ ਔਰ ਉਹਨਾਂ ਦੇ ਵਿੱਚ ਮਤਭੇਦ ਪੈਦਾ ਕਰਨਾ ਔਰ ਲੋਕਾਂ ਦੇ ਵਿੱਚ ਇਸ ਬਾਰੇ ਹੋਰ ਵੀ ਮਿਸ ਇਨਫੋਰਮੇਸ਼ਨ ਦੇਣੀ ਕਿ ਜਿਹੜਾ ਇੱਕ ਉਤਸ਼ਾਹ ਹੈ ਇਹ ਸਾਰੇ ਦੇ ਲਈ ਉਸ ਨੂੰ ਖਤਮ ਕੀਤਾ ਜਾਏ। ਵੈਸੇ ਮੈਂ ਅੱਜ ਦੀ ਆਪਣੀ ਲਿਖਤ ਵੀ ਜਿਹੜਾ ਵੀਕਲੀ ਕਾਲਮ ਹੁੰਦਾ ਇਸ ਦੇ ਉੱਤੇ ਲਿਖੇ। ਸੋ ਇਸ ਸਟੋਰੀ ਦੀ ਹੈਡਲਾਈਨ ਹੈ ਰੈਫਰੈਂਡਮ 2020 ਸਵਾਲੀਆ ਨਿਸ਼ਾਨ, ਖਾਲਿਸਤਾਨ ਡਿਵਾਈਡਸ ਯੂਨਾਈਟਸ ਸਿੱਖਸ ਅਬਰੋਡ, ਕਿ ਜੀ ਖਾਲਿਸਤਾਨ ਤੋੜ ਵੀ ਰਿਹਾ ਹੈ, ਜੋੜ ਵੀ ਰਿਹਾ ਹੈ। ਔਰ ਇਹਦਾ ਕਿਉਂਕਿ ਲੰਬੀ ਸਟੋਰੀ ਹੈ, ਮੈਂ ਜਿਹੜਾ ਪਾਰਟ ਕਾਫੀ ਜਿਹੜਾ ਉਹ ਡਿਵਾਈਸਿਵ ਹੈ ਉਹਦੀ ਗੱਲ ਕਰਾਂਗਾ। Many in India may not have heard of referendum 2020 being planned by US-based radical group 6 for Justice in support of a separate state of Khalistan, but the Punjabi diaspora is seized of the matter and already divided on it. ਪਹਿਲੀ ਗੱਲ 6 for Justice ਇੱਕ non-profit organization ਹੈ, ਉਹਨੂੰ ਰੈਡੀਕਲ ਕਹਿਣਾ, ਰੈਡੀਕਲ ਮੋਸਟਲੀ ਇਹ ਟਰਮ ਜਿਹੜੀ ਹੈ ਵੈਸਟ ਵੀ ਜਾਂ ਉੱਥੇ ਵੀ ਹਥਿਆਰਬੰਦ ਸੰਘਰਸ਼ ਵਾਲੇ ਜਾਂ ਬਹੁਤ ਜਿਹੜੇ ਐਕਸਟ੍ਰੀਮ ਦੀ ਗੱਲ ਕਰਨ ਵਾਲੇ ਹੋਣ ਉਹਨਾਂ ਲਈ ਇਸਤੇਮਾਲ ਕੀਤੀ ਜਾਂਦੀ। ਸੋ ਉਹਨੇ ਕਿਹਾ ਜੀ ਕਿ ਵੀ ਭਾਵੇਂ ਬਹੁਤਿਆਂ ਨੇ ਭਾਰਤ 'ਚ ਤਾਂ ਨਹੀਂ ਸੁਣਿਆ ਹੋਇਆ ਰੈਫਰੈਂਡਮ 2020, ਜੇ ਨਾ ਸੁਣਿਆ ਹੁੰਦਾ ਤੇ ਅਮਰਿੰਦਰ ਦੇ ਮੂੰਹੋਂ ਨਿਕਲਦਾ ਜਾਂ ਬਾਦਲ ਦੇ ਮੂੰਹੋਂ ਨਿਕਲਦਾ ਜਾਂ ਤੁਹਾਡਾ ਮੀਡੀਆ ਜਾਂ ਤੁਹਾਨੂੰ ਅਸਾਈਨਮੈਂਟ ਦੇ ਕੇ ਉਹ ਭੇਜਦੇ ਕਿ ਵੀ ਜਾਓ ਬਾਹਰ। ਇਹਦਾ ਜ਼ਾਹਰ ਹੈ ਕਿ ਵੀ ਇਹਨੂੰ ਉੱਥੋਂ ਦੇ ਕੰਟੈਕਸਟ 'ਚ ਪੁੱਟ ਡਾਊਨ ਕਰਨ ਦੀ ਕੋਸ਼ਿਸ਼ ਹੈ। ਪਰ ਉਹਨਾਂ ਨੇ ਕਿਹਾ ਜੀ ਕਿ ਅਮਰੀਕਾ ਦੇ ਵਿੱਚ ਜਿਹੜੇ ਸਿੱਖ ਨੇ ਉਹ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਜਿਹੜਾ ਪੰਜਾਬੀ ਡਾਇਸਪੋਰਾ ਹੈ ਉਹ ਵਿੱਚ ਪੰਜਾਬੀ ਲਿਆ ਕੇ ਬਾੜ ਦਿੱਤਾ ਹੈ, ਉਹ ਆਲਰੇਡੀ ਇਸ ਤੇ ਵੰਡੇ ਹੋਏ ਨੇ। ਵੇਅਰ ਆਰ ਦੇ ਬਿਲਡਿੰਗ ਖਾਲਿਸਤਾਨ is the question members of the diaspora ask in the US when the issue of referendum is raised. We are building ਹੁਣ ਉਹ ਕਹਿ ਰਿਹਾ ਹੈ, ਹੁਣ ਇੱਥੇ ਕਿਸੇ ਨੂੰ ਕੋਟ ਨਹੀਂ ਕੀਤਾ, ਉਹ ਜਿਵੇਂ ਸਾਰੇ ਡਾਇਸਪੋਰਾ ਸਿੱਖ ਇਹਨੂੰ ਹੀ ਆ ਕੇ ਪੁੱਛ ਰਹੇ ਨੇ। ਉਹਨੇ ਕਿਹਾ ਜੀ ਕਿ ਵੀ ਕਿੱਥੇ ਬਣਾ ਰਹੇ ਨੇ ਖਾਲਿਸਤਾਨ, ਕਿੱਥੇ ਬਣਾਉਣਗੇ, ਕਿ ਵੀ ਇਹ ਗੱਲ ਡਾਇਸਪੋਰਾ ਸਿੱਖ ਪੁੱਛਦੇ ਨੇ। ਹੁਣ ਉਹ ਗੁਰਪਤਵੰਤ ਸਿੰਘ ਪੰਨੂ ਨੂੰ ਕੋਟ ਕੀਤਾ, ਵੀ ਆਰ ਬਿਲਡਿੰਗ ਇਟ ਸ਼ੋਰਲੀ, ਕਿ ਅਸੀਂ ਜ਼ਰੂਰ ਖਾਲਿਸਤਾਨ ਬਣਾਵਾਂਗੇ। said 6 for Justice legal advisor Gurpatwant Singh Pannu without answering where or when। ਹੁਣ ਇਹਦੇ ਤੇ ਵੀ ਸ਼ੱਕ ਪਾ ਦਿੱਤਾ ਹੈ ਕਿ ਜੀ ਇਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਖਾਲਿਸਤਾਨ ਤੁਸੀਂ ਬਣਾਉਣਾ ਕਿੱਥੇ ਹੈ ਤੇ ਕਦੋਂ ਬਣਾਉਣਾ ਹੈ। ਉਹਨਾਂ ਨੇ ਕਿਹਾ ਜੀ ਅਸੀਂ ਸ਼ੋਰਲੀ ਬਣਾਵਾਂਗੇ, ਪਰ ਉਹਨਾਂ ਨੂੰ ਇਹ ਪਤਾ ਨਹੀਂ ਹੈ ਕਿ ਵੀ ਕਿੱਥੇ ਬਣਾਉਣਾ ਹੈ ਤੇ ਕਦੋਂ ਬਣਾਉਣਾ ਹੈ। ਹੁਣ ਇਹਨੂੰ ਕਹਿੰਦੇ ਨੇ ਮਿਸ ਇਨਫੋਰਮੇਸ਼ਨ, ਕਿ ਵੀ ਤੁਸੀਂ ਹੌਲੀ ਸ਼ੱਕ ਪੈਦਾ ਕਰੋ ਵੀ ਜਿਨ੍ਹਾਂ ਨੇ ਝੰਡਾ ਚੁੱਕਿਆ ਹੋਇਆ ਹੈ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਖਾਲਿਸਤਾਨ ਕਿੱਥੇ ਬਣਾਉਣਾ। It's an interesting situation developing here, कि बड़ी दिलचस्प स्थिति बन रही है। The word Khalistan has the Sikh community divided and united at the same time, पहला ही कह चुका है। Most Gurdwaras in the US have started a campaign for the referendum। ਹੁਣ ਜਦੋਂ ਉਹ ਮੋਸਟ ਗੁਰਦੁਆਰਾਸ ਕਹਿ ਰਿਹਾ ਹੈ, ਕਈ ਵਾਰੀ ਸੱਚ 100 ਪਰਦੇ ਫਾੜ ਕੇ ਬਾਹਰ ਆ ਜਾਂਦਾ ਹੈ। ਮੋਸਟ ਦਾ ਹੁੰਦਾ ਬਹੁਤ, ਕਿ ਵੀ ਜੇ ਬਹੁਤ ਸਾਰੇ ਗੁਰਦੁਆਰਿਆਂ 'ਚ ਰੈਫਰੈਂਡਮ ਦਾ ਕੈਂਪੇਨ ਚੱਲ ਰਿਹਾ ਹੈ, ਫਿਰ ਡਿਵਾਈਡਡ ਕਿਹੜੇ ਪਾਸਿਓਂ ਹੋਈ ਕਮਿਊਨਿਟੀ। ਫਿਰ ਤਾਂ ਮਤਲਬ ਇਹ ਹੈ ਜਦੋਂ ਤੁਸੀਂ ਬਹੁਤ ਸ਼ਬਦ ਇਸਤੇਮਾਲ ਕਰਦੇ ਹੋ, ਇਹਦਾ ਮਤਲਬ ਜਿੰਨੀ ਮਰਜ਼ੀ ਤੁਸੀਂ ਡਿਸੈਪਸ਼ਨ ਕਰੋ ਫਿਰ ਵੀ ਸੱਚ ਬਾਹਰ ਨਿਕਲ ਆਉਂਦਾ ਕਿ ਵੀ ਇਹ ਜਿਹੜੇ ਨੇ ਫਰਦਰ ਰੈਫਰੈਂਡਮ। ਬਟ ਮੈਨੀ ਮੈਂਬਰਸ ਆਫ ਦਾ ਕਮਿਊਨਿਟੀ ਟਰਮ ਇਟ ਐਜ਼ ਐਨ ਇੰਪ੍ਰੈਕਟੀਕਲ ਆਈਡੀਆ। ਹੁਣ ਜੇ ਮੋਰ ਐਂਡ ਮੈਨੀ, ਇਧਰ ਮੈਨੀ ਕਰ ਦਿੱਤਾ, ਜੇ ਇੱਕ ਪਾਸੇ ਮੋਰ ਹੈ ਦੂਜੇ ਪਾਸੇ ਮੈਨੀ ਕਿਵੇਂ ਹੋਏ ਜੀ। ਇੱਥੇ ਗੁਰਦੁਆਰਿਆਂ ਦੇ ਵਿੱਚ ਚੋਣਾਂ ਦੇ ਨਾਲ, ਵੋਟਾਂ ਦੇ ਨਾਲ ਮੈਜੋਰਟੀ ਗੁਰਦੁਆਰਿਆਂ ਦੇ ਵਿੱਚ ਕਮੇਟੀਆਂ ਚੁਣੀਆਂ ਜਾਂਦੀਆਂ ਨੇ। ਜੇ ਮੈਜੋਰਟੀ ਗੁਰਦੁਆਰੇ ਕੈਂਪੇਨ ਕਰ ਰਹੇ ਨੇ, ਜ਼ਾਹਰ ਹੈ ਉਹ ਮੈਜੋਰਟੀ ਵੋਟਾਂ ਦੇ ਨਾਲ ਬਣੇ ਨੇ, ਫਿਰ ਮੈਨੀ ਕਿਵੇਂ ਡਿਫਰ ਹੋ ਗਏ। ਹਾਂ, ਜੇ ਤੁਸੀਂ ਸਰਕਾਰੀ ਟੁੱਚਿਆਂ ਨੂੰ, ਜਮਹੂਰੀਆਂ ਨੂੰ, ਜਿਨ੍ਹਾਂ ਨੂੰ ਇਹਨੇ ਇੰਟਰਵਿਊ ਕੀਤਾ ਹੈ, ਪਹਿਲਾਂ ਇੱਕ ਡਿਪਟੀ ਸਪੀਕਰ ਹੈ ਪੰਜਾਬ ਅਸੈਂਬਲੀ ਦਾ ਅਕਾਲੀ ਬਲਦੇਵ ਸਿੰਘ ਮਾਨ, ਹੁਣ ਹੋਟਲੀਅਰ ਹੈ, ਉਹ ਜਿਹੜੀ ਸਟੋਰੀ 'ਚ ਲਿਖਿਆ ਹੋਇਆ ਕਿ ਵੀ ਇਹਦਾ ਜਿਹੜੀ ਟ੍ਰਿਪ ਹੈ ਉਹ ਫਾਈਨੈਂਸ ਕੀਤੀ ਹੈ ਦਿੱਲੀ ਕਮੇਟੀ ਨੇ, ਉਹਦੇ 'ਤੇ ਸਟੋਰੀ ਕੀਤੀ ਹੋਈ ਸੀ। ਉਹਨੇ ਕਿਹਾ ਜੀ ਇਹ ਬਿਲਕੁਲ ਇੰਪ੍ਰੈਕਟੀਕਲ ਹੈ ਜੀ। ਹੁਣ ਜਿਹੜੀ ਜਿਹਨੂੰ ਇਹ ਕੋਟ ਕਰਦਾ ਉਹ ਦੂਜਾ ਸੰਤ ਸਿੰਘ ਛਟਵਾਲ ਨੂੰ ਇੰਟਰਵਿਊ ਕੀਤਾ ਹੋਇਆ। ਹੁਣ ਇਹਨੇ ਇਹ ਸਟੋਰੀ 'ਚ ਇਹ ਨਹੀਂ ਲਿਖਿਆ ਕਿ ਛਟਵਾਲ 2 ਵਾਰ ਕ੍ਰਿਮੀਨਲ ਹੈ ਜੀ, ਕਿ ਵੀ ਸਟੇਟ ਬੈਂਕ ਆਫ ਇੰਡੀਆ ਦੇ ਪੈਸੇ ਖਾ ਗਿਆ ਹੈ ਪਤਾ ਨਹੀਂ ਕਿੰਨੇ ਮਿਲੀਅਨ, ਫਿਰ ਗਿਆ ਕਲਿੰਟਨ ਦੇ ਨਾਲ, ਜਦੋਂ ਪ੍ਰੈਜ਼ੀਡੈਂਟ ਕਲਿੰਟਨ ਇੰਡੀਆ 'ਚ ਗਿਆ, ਵਾਰੰਟ ਉੱਥੇ ਨਿਕਲੇ ਹੋਏ ਸੀ ਇੰਡੀਆ ਦੇ ਵਿੱਚ, ਉੱਥੋਂ ਦੌੜਿਆ ਫਿਰ ਰਾਤੋਂ ਰਾਤ। ਔਰ ਇੱਥੇ ਜਿਹੜਾ ਇਹ ਪੈਰੋਲ ਦੇ ਉੱਤੇ ਹੈ ਹੁਣ ਵੀ ਕਿਸ ਕਿਸਮ ਦੀ ਹਿਲਰੀ ਕਲਿੰਟਨ ਨੂੰ ਫੰਡਿੰਗ ਦੇ ਨਾਂ ਥੱਲੇ ਜਿਹੜਾ ਉਹਨੇ ਸਾਰੇ ਲਾਅ ਤੋੜੇ, ਘਪਲਾ ਕੀਤਾ ਲਾਅ ਦੇ ਨਾਲ,
ਔਰ ਉਹਨੂੰ ਪਤਾ ਨਹੀਂ ਕਿੰਨੇ ਸਾਲ ਦੀ ਹੈ ਜਿਹੜੀ ਕਿ ਸਸਪੈਂਡਡ ਹੈ ਔਰ ਪੈਰੋਲ ਦੇ ਉੱਤੇ। ਹੁਣ ਫੇਅਰਨੈਸ ਤਾਂ ਇਹ ਹੁੰਦੀ ਹੈ ਵੀ ਪਹਿਲੀ ਗੱਲ ਤਾਂ ਜਿਹੜਾ 2 ਵਾਰ ਕ੍ਰਿਮੀਨਲ ਹੈ, ਜੇ ਇਸ ਨੂੰ 2 ਵਾਰੀ ਜਿਹੜਾ ਅਦਾਲਤਾਂ ਨੇ ਉਹਦੇ ਉੱਤੇ ਨਿਊਯਾਰਕ ਡੇਲੀ ਨਿਊਜ਼ ਦੀ ਫੁੱਲ ਸਟੋਰੀ ਹੈ, ਪਰ ਉਹਨੂੰ ਇਵੇਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਜਿਵੇਂ ਸੰਤ ਸਿੰਘ ਛਟਵਾਲ ਬਹੁਤ ਵੱਡਾ ਜਿਹੜਾ ਹੈ ਉਹ ਸਿੱਖਾਂ ਦਾ ਇੱਥੇ ਅਮਰੀਕਾ 'ਚ ਸਿੱਖਾਂ ਦਾ ਲੀਡਰ ਹੈ ਜੀ। ਹੁਣ ਇਹ ਕਹਿੰਦਾ ਹੈ ਕਿ ਵੀ this is something really stupid to talk of Khalistan. Where will the Sikhs living in the rest of India go, says US-based multi-billionaire hoteler Sant Singh Chatwal reacting multi-billionaire ਲੈ ਲਓ ਜੀ, ਬਿਲ ਗੇਟਸ ਦਾ ਵੀ ਪਿਓ ਬਣਾ ਦਿੱਤਾ ਇਹਨੂੰ ਜਾਂ ਤਾਂ ਪਤਾ ਵੀ ਨਹੀਂ ਹੋਣਾ ਇਸ ਸਟੋਰੀ ਕਿਸੇ ਹੋਰ ਨੇ ਲਿਖੀ ਲੱਗਦੀ ਹੈ ਮੈਨੂੰ, ਉਹੀ ਜੱਬਲ ਜਿਹਾ ਲੱਗਦਾ ਸੀ ਮੈਨੂੰ ਕਿ ਵੀ ਇਹ ਮਲਟੀ ਬਿਲੀਅਨਰ ਜਿਹੜਾ ਹੈ ਇਹਨੂੰ ਇਹ ਪਤਾ ਹੀ ਨਹੀਂ ਵੀ ਬਿਲੀਅਨ ਕਿਹਨੂੰ ਕਹਿੰਦੇ ਨੇ। ਉਹ ਇਹਨੂੰ ਤਾਂ ਪਤਾ ਨਹੀਂ ਕਿੰਨਿਆਂ ਦੇ ਪੈਸੇ ਦੇਣੇ ਨੇ, ਕੋਰਟਾਂ 'ਚ ਅਜੇ ਤੱਕ ਵੀ ਕਿਸ਼ਤਾਂ ਕੀਤੀਆਂ ਹੋਣੀਆਂ, ਬੈਂਕਾਂ ਦੇ ਖਾ ਗਿਆ ਜਿਹੜਾ ਉਹ ਦੂਜਾ ਉਹਦੇ ਆਪਣੇ ਨਾਂ ਦਾ ਕੁਝ ਵੀ ਨਹੀਂ ਹੈ ਜੀ, ਔਰ ਉਹਨੂੰ ਮਲਟੀ ਬਿਲੀਅਨਰ ਇਹ ਹੈ ਬੇਈਮਾਨੀ ਜਿਹੜੀ ਹੈ। ਮਲਟੀ ਬਿਲੀਅਨਰ ਹੋਟਲੀਅਰ ਸੰਤ ਸਿੰਘ ਛਟਵਾਲ ਰਿਐਕਟਿੰਗ ਸ਼ਾਰਪਲੀ, ਹੁਣ ਛਟਵਾਲ ਨੂੰ ਕੋਟ ਕਰ ਰਿਹਾ, it is not at all practically possible because we are part of a larger India and Sikhs live in every corner of the country. They are doing very well in all fields, he adds. Very well ਤੂੰ ਕਿਉਂ ਨਹੀਂ ਚਲਾ ਗਿਆ ਉੱਥੇ ਆਪਣੇ ਜਿੱਥੋਂ ਪਦਮ ਸ਼੍ਰੀ ਲਿਆ ਹੋਇਆ ਜੀ, ਧੋਖਾ ਵੀ ਕੀਤਾ ਫਿਰ ਪੈਸੇ ਦੇ ਕੇ ਪਦਮ ਸ਼੍ਰੀ ਵੀ ਲੈ ਲਿਆ ਮਨਮੋਹਨ ਸਿੰਘ ਤੋਂ ਕਿ ਜੀ ਦੇਖੋ ਮੈਂ ਨਿਊਕਲੀਅਰ ਡੀਲ ਤੁਹਾਡੀ ਜਿਹੜੀ ਹੈ ਹਿਲਰੀ ਕਲਿੰਟਨ ਦੇ ਨਾਲ ਓਕੇ ਕਰਾਈ, ਮੈਨੂੰ ਕੁਝ ਦਿਓ। ਔਰ ਉਦੋਂ ਵੀ ਇਹ ਰੌਲਾ ਪਿਆ ਸੀ ਕਿ ਵੀ ਇਹ ਕ੍ਰਿਮੀਨਲ ਬੰਦਾ ਜਿਹੜਾ ਆਲਰੇਡੀ ਜਿਹਨੇ ਫਰਾਡ ਕੀਤਾ ਹੋਇਆ ਹੈ ਉਹਨੂੰ ਤੁਸੀਂ ਪਦਮ ਸ਼੍ਰੀ ਦੇ ਰਹੇ ਹੋ, ਪਰ ਉੱਥੇ ਤਾਂ ਦੇਣ ਵਾਲੇ ਵੀ ਕ੍ਰਿਮੀਨਲ ਨੇ। ਹੁਣ ਨਰਿੰਦਰ ਮੋਦੀ ਤੋਂ ਵੱਡਾ ਕਿਹੜਾ ਕ੍ਰਿਮੀਨਲ ਹੈ ਜੀ। ਹੁਣ ਇਹਨੂੰ ਕੋਟ ਕੀਤਾ, ਸਪੈਲਿੰਗ ਆਊਟ ਦਾ ਲਾਈਨ ਆਫ ਐਕਸ਼ਨ, Pannu said that the Sikhs for Justice would hold an unofficial referendum in 2020 and would follow the matter after taking into account the response it gets. उन्होंने Sikhs for Justice ने कहा जी कि भी ਅਸੀਂ unofficial ਹੋਏਗਾ, ਇਹ ਠੀਕ ਹੈ। ਜਿਵੇਂ ਕਈਆਂ ਨੇ ਇਤਰਾਜ਼ ਕੀਤਾ ਹੈ ਜੀ ਇੰਡੀਆ ਸਰਕਾਰ ਥੋੜੀ ਕਰਾਏਗੀ, UN ਥੋੜੀ ਕਰਾਏਗੀ, ਉਹਨੂੰ ਮਾਨਤਾ ਕੀ ਹੋਏਗਾ। ਉਹਨੇ ਕਿਹਾ ਜੀ ਅਸੀਂ ਇਹ ਜਿਹੜੀ ਹੈ ਅਸੀਂ ਕਰਵਾਵਾਂਗੇ unofficial and will follow the matter after taking into account the response it gets. ਜਿਸ ਕਿਸਮ ਦਾ ਉਸ ਰੈਫਰੈਂਡਮ ਦੇ ਵਿੱਚ ਸਾਨੂੰ ਹੁੰਗਾਰਾ ਮਿਲੇਗਾ ਉਸ ਤੋਂ ਬਾਅਦ ਅਸੀਂ ਅਗਲਾ ਸਟੈਪ ਲਵਾਂਗੇ। ਇਫ ਰਿਕੁਆਇਰਡ ਹੀ ਸੇਜ਼ ਦ ਸਿਕਸ ਫॉर ਜਸਟਿਸ ਵਿਲ ਸੀਕ ਦ ਯੂਨਾਈਟਿਡ ਨੇਸ਼ਨਸ ਇੰਟਰਵੈਂਸ਼ਨ ਟੂ ਹੈਲਪ ਦ ਕਮਿਊਨਿਟੀ ਕੰਡਕਟ ਅ ਰੈਫਰੈਂਡਮ ਫॉर ਅ ਸੈਪਰੇਟ ਸਿੱਖ ਸਟੇਟ। ਉਹਨਾਂ ਨੇ ਕਿਹਾ ਕਿ ਜੇ ਲੋੜ ਪਈ ਤਾਂ ਅਸੀਂ ਯੂਨਾਈਟਿਡ ਨੇਸ਼ਨਸ ਨੂੰ ਵੀ ਪਹੁੰਚ ਕਰਾਂਗੇ ਤਾਂ ਕਿ ਸੈਪਰੇਟ ਸਿੱਖ ਸਟੇਟ ਦੇ ਲਈ ਰੈਫਰੈਂਡਮ ਹੋਏ। If Scotland can have a referendum to stay with Britain or not, why can't we have one for Punjab? Asks Pannu. ਉਹਨਾਂ ਨੇ ਕਿਹਾ ਜੀ ਸਕਾਟਲੈਂਡ ਕਰ ਸਕਦਾ ਹੈ ਵੀ ਇੰਗਲੈਂਡ ਨਾਲ ਰਹਿਣਾ ਕਿ ਨਹੀਂ ਰਹਿਣਾ, ਤੇ ਅਸੀਂ ਕਿਉਂ ਨਹੀਂ ਕਰ ਸਕਦੇ। Asked about the boundary of the separate state, he said it would be the present boundary of the state of Punjab in India. ਹੁਣ ਤੁਸੀਂ ਝੂਠ ਦੇਖੋ, ਉੱਤੇ ਕਹਿ ਕੇ ਆਇਆ ਇਹ ਪੱਤਰਕਾਰ ਕਿ ਜੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ where and when ਜੀ। ਹੁਣ ਇਹ ਪੰਨੂ ਦੇ ਮੂੰਹ ਹੀ ਘੁਆ ਰਿਹਾ ਹੈ ਕਿ ਜੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਬਾਉਂਡਰੀਜ਼ ਕੀ ਹੋਣਗੀਆਂ, ਉਹਨਾਂ ਨੇ ਕਿਹਾ ਜੀ ਪ੍ਰੈਜ਼ੈਂਟ ਡੇ ਪੰਜਾਬ। ਸੋ ਜ਼ਾਹਰ ਹੈ ਜਦੋਂ ਸਾਨੂੰ ਵੀ ਪੁੱਛਿਆ ਜਾਂਦਾ ਅਸੀਂ ਕਹਿੰਦੇ ਹਾਂ ਵੀ 50,300 ਸਕੁਅਰ ਕਿਲੋਮੀਟਰ ਪੰਜਾਬ ਹੈ, ਇਹਦੇ ਨਾਲ ਲੱਗਦੇ ਪੰਜਾਬੀ ਔਰ ਬੋਲਦੇ ਇਲਾਕੇ ਸਿੱਖ ਮੈਜੋਰਿਟੀ, ਰਾਜਸਥਾਨ 'ਚ ਗੰਗਾਨਗਰ, ਹਨੂਮਾਨਗੜ੍ਹ, ਹਰਿਆਣੇ ਦੇ ਵਿੱਚ ਜਿਹੜੇ ਸਾਡੀ ਨੈਚੁਰਲ ਬਾਰਡਰ ਵਾਘਾ ਤੋਂ ਜਮਨਾ ਤੱਕ ਉਹ ਸਾਡਾ ਬਾਰਡਰ ਹੈ। ਔਰ ਇਹ ਗੱਲ ਨੂੰ ਕਲੀਅਰ ਕਹਿਣ ਦੇ ਬਾਵਜੂਦ ਇਹਨੇ ਸਟੋਰੀ ਓਪਨ ਕੀਤੀ ਹੈ ਕਹਿ ਕੇ ਜੀ ਉਹਨਾਂ ਨੂੰ ਪਤਾ ਹੀ ਨਹੀਂ ਕਿ ਬਣਾਉਣਾ ਕਿੱਥੇ ਆ ਖਾਲਿਸਤਾਨ, ਚੰਦਰਮਾ ਤੇ ਬਣਾਉਣਾ ਜੀ। ਜਿਹੜਾ ਤੁਹਾਡਾ ਹੋਮਲੈਂਡ ਹੈ, ਤੁਹਾਡੇ 80% ਲੋਕ ਉੱਥੇ ਰਹਿੰਦੇ ਨੇ, ਸਾਡੀ ਹਿਸਟੋਰੀਕਲ ਲੈਂਡ ਹੈ, ਆਲਰੇਡੀ ਜਿਹੜੀ ਹੈ ਉੱਥੇ ਸਾਡੀ ਮੈਜੋਰਿਟੀ ਹੈ। ਪ੍ਰੈਜ਼ੈਂਟ ਡੇ ਪੰਜਾਬ 'ਚ 67% ਦੇ ਨੇੜੇ ਤੇੜੇ। ਹੁਣ ਉਹਨਾਂ ਨੇ ਸਾਡਾ ਕੰਮ ਕੀਤਾ ਇਸ ਪੱਤਰਕਾਰ ਨੇ। ਇਟ ਇਜ਼ ਗੁੱਡ that an organization is actively working for the cause, but a referendum is fraught with uncertainty because there is an option of yes or and no attached, says Dr. Amarjit Singh, the president of Khalistan Affairs Center. ਹੁਣ ਪਹਿਲੀ ਗੱਲ ਤਾਂ ਮੈਂ ਪ੍ਰੈਜ਼ੀਡੈਂਟ ਨਹੀਂ ਹੈਗਾ ਔਰ ਉਹਨੂੰ ਮੈਂ ਕਰੈਕਟ ਕੀਤਾ ਕਿ ਮੈਂ ਐਗਜ਼ੈਕਟਿਵ ਡਾਇਰੈਕਟਰ ਹਾਂ। ਚਲੋ ਇਹ ਗਲਤੀ ਹੋ ਸਕਦੀ ਹੈ, ਟੈਕਨੀਕਲ ਹੈ ਜਾਂ ਕੀ ਹੈ ਜੀ। ਹੁਣ ਉਹ ਮੈਨੂੰ ਇਹ ਕੋਟ ਕਰ ਰਿਹਾ ਹੈ ਕਿ ਜੀ ਸਿੱਖਸ ਫॉर ਜਸਟਿਸ ਇੱਕ ਜਥੇਬੰਦੀ ਦੇ ਤੌਰ ਤੇ ਤਾਂ ਚੰਗਾ ਕੰਮ ਕਰ ਰਹੀ ਹੈ। ਇਟਸ ਗੁੱਡ ਦੈਟ ਐਨ ਆਰਗੇਨਾਈਜੇਸ਼ਨ ਇਜ਼ ਐਕਟਿਵਲੀ ਵਰਕਿੰਗ ਫॉर ਦ ਕਾਜ਼, ਬਟ a referendum is fraught with uncertainty because there is an option of yes and no attached. ਉਹਨਾਂ ਨੇ ਕਿਹਾ ਜੀ ਰੈਫਰੈਂਡਮ ਦਾ ਇਹ ਖਤਰਾ ਹੈ ਕਿਉਂਕਿ ਉਹਦੇ 'ਚ ਆਪਸ਼ਨ ਯਸ, ਉਹ ਰੈਫਰੈਂਡਮ ਕਹਿੰਦੇ ਉਹਨੂੰ ਨੇ ਜਿਹਦੇ 'ਚ ਲੋਕਾਂ ਕੋਲ ਚੋਇਸ ਹੁੰਦੀ ਹੈ ਜੀ। ਅਦਰਵਾਈਜ਼ ਤਾਂ ਤੁਸੀਂ ਕੋਈ ਚੀਜ਼ ਲੈ ਕੇ ਕਿਸੇ ਤੇ ਥੋਪਦੇ ਹੋ।
ਰੈਫਰੈਂਡਮ ਦੇ ਵਿੱਚ ਮੋਸਟਲੀ ਦੋਨੋਂ ਟਰਮਸ ਰੈਫਰੈਂਡਮ ਔਰ ਪਲੇਬਿਸਾਈਟ ਯੂਜ਼ ਹੁੰਦਾ ਹੈ। ਪਲੇਬਿਸਾਈਟ ਮੋਸਟਲੀ ਥਰਡ ਪਾਰਟੀ ਇੰਟਰਵੈਂਸ਼ਨ ਨਾਲ ਹੁੰਦਾ ਹੈ, ਉਹਨੂੰ ਰਾਏ ਸ਼ੁਮਾਰੀ ਕਹਿੰਦੇ ਨੇ। ਰੈਫਰੈਂਡਮ ਲੋਕਾਂ ਦੀ, ਔਰ ਜਦੋਂ ਤੁਸੀਂ ਡਿਕਸ਼ਨਰੀ ਮੀਨਿੰਗ ਵੀ ਦੇਖਦੇ ਹੋ ਕਿ ਲੋਕਾਂ ਦੀ ਸੰਮਤੀ ਲੈਣਾ ਕਿ ਬਈ ਉਹਨਾਂ ਦੀ ਰਾਏ ਕੀ ਹੈ, ਉਸ ਨੂੰ ਰੈਫਰੈਂਡਮ ਔਰ ਜਨਮਤ ਵੀ ਕਿਹਾ ਜਾਂਦਾ ਹੈ ਕਿ ਲੋਕਾਂ ਦੀ ਕੀ ਮਤ ਹੈ। ਸੋ ਜ਼ਾਹਰ ਹੈ ਜੇ ਤੁਸੀਂ ਰੈਫਰੈਂਡਮ ਕਰਵਾਉਣਾ ਹੈ ਤੇ ਉਹਦੇ 'ਚ ਯੈਸ ਔਰ ਨੋ ਤਾਂ ਹੋਏਗਾ। ਉਹ ਸਕਾਟਲੈਂਡ 'ਚ ਵੀ ਸੀ, ਬੇਸ਼ੱਕ ਨੋ ਜ਼ਿਆਦਾ ਉਹਨੇ ਕੀਤਾ ਉਹ ਰਹਿ ਗਿਆ, ਉਹ ਕਿਊਬੈਕ ਦੇ ਵਿੱਚ ਵੀ ਸੀ। ਸੋ ਇਹ ਤਾਂ ਕੋਈ ਗੱਲ ਨਹੀਂ ਹੈ, ਉਹ ਤਾਂ ਜ਼ਾਹਰ ਹੈ। ਜੇ ਤੁਸੀਂ ਪੁੱਛੋ ਜੀ ਰੈਫਰੈਂਡਮ 'ਚ ਦੂਜਿਆਂ ਕੋਲ ਵੀ ਚੋਇਸ ਹੋਏਗੀ, ਹਾਂਜੀ ਕਿਉਂ ਨਹੀਂ, ਰੈਫਰੈਂਡਮ ਦਾ ਮਤਲਬ ਹੀ ਯੈਸ ਨੋ। ਪਰ ਜਿਹੜੀ ਇਸ ਤੋਂ ਉਹਨੇ ਖਤਰਨਾਕ ਗੱਲ ਅੱਗੇ ਜਾ ਕੇ ਮੈਂ ਕੋਟ ਸੇਜ਼ ਡਾਕਟਰ ਅਮਰਜੀਤ ਸਿੰਘ ਦਾ ਪ੍ਰੈਜ਼ੀਡੈਂਟ ਆਫ ਖਾਲਿਸਤਾਨ ਅਫੇਅਰਸ ਸੈਂਟਰ, ਵਾਈ ਆਰ ਵੀ ਗਿਵਿੰਗ ਦਾ ਆਪਸ਼ਨ ਬਾਈ ਅ ਵੇ ਆਫ ਰੈਫਰੈਂਡਮ ਕੁਐਸਚਨ ਮਾਰਕ, ਕਿ ਜੀ ਅਸੀਂ ਇਹ ਰੈਫਰੈਂਡਮ ਦਾ ਰਸਤਾ ਕਿਉਂ ਦੇ ਰਹੇ। ਫਿਰ ਉਹ ਕਹਿੰਦਾ ਵੀ ਨੀਡ ਖਾਲਿਸਤਾਨ because the Sikhs have been suffering since the rule of Maharaja Ranjit Singh, the last Sikh ruler got over, he adds। ਹੁਣ ਇੱਥੇ ਜਿਹੜੀ ਸ਼ੱਕ ਦੀ ਉਹਨੇ ਲਿਆ ਕੇ ਖੜਾ ਕਰ ਦਿੱਤੀ ਕਿ ਵੀ ਜਿਵੇਂ ਅਸੀਂ ਇਹ ਕਿਹਾ ਕਿ ਜੀ ਅਸੀਂ ਤਾਂ ਖਾਲਿਸਤਾਨ ਲਈ ਖੜੇ ਜੀ। ਜਦੋਂ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ, ਜਿਹੜਾ ਸਾਡਾ ਲਾਸਟ ਸਿੱਖ ਰਾਜ ਸੀ, ਅਸੀਂ ਸਫਰ ਕਰ ਰਹੇ ਹਾਂ ਔਰ ਅਸੀਂ ਖਾਲਿਸਤਾਨ ਤੋਂ ਬਿਨਾ ਹੋਰ ਕੋਈ ਗੱਲ ਨਹੀਂ ਕਰਨੀ। ਔਰ ਉਹਦੇ ਨਾਲ ਜੇ ਤੁਸੀਂ ਉਹਦਾ ਪਹਿਲਾ ਪਾਰਟ ਜੋੜਦੇ ਹੋ, ਵਾਈ ਆਰ ਵੀ ਗਿਵਿੰਗ ਦਾ ਆਪਸ਼ਨ ਬਾਈ ਵੇ ਆਫ ਏ ਰੈਫਰੈਂਡਮ, ਅਸੀਂ ਇਹ ਆਪਸ਼ਨ ਕਿਸੇ ਨੂੰ ਦੇ ਹੀ ਕਿਉਂ ਰਹੇ ਹਾਂ ਕਿ ਜੀ ਉਹ ਰੈਫਰੈਂਡਮ ਰਾਹੀਂ ਡਿਸਾਈਡ ਕਰੇ। ਸੋ ਜ਼ਾਹਰ ਹੈ ਕਿ ਵੀ ਗੁਰਪਤਵੰਤ ਸਿੰਘ ਪੰਨੂ ਨੂੰ ਕੋਟ ਕਰਨ ਤੋਂ ਬਾਅਦ ਮੈਨੂੰ ਇਹ ਕੋਟ ਕਰਕੇ, ਉਹ ਵਿੱਚ ਛਟਵਾਲ ਨੂੰ ਕੋਟ ਕਰਕੇ, ਇਹ ਕੋਟ ਕਰਨ ਦਾ ਮਤਲਬ ਇਹ ਹੈ ਕਿ ਐਜ਼ ਇਫ ਅਸੀਂ ਰੈਫਰੈਂਡਮ ਲਾਈਨ ਦਾ ਵਿਰੋਧ ਕਰ ਰਹੇ ਹਾਂ। ਥੱਲੇ ਫਿਰ ਉਹਨੇ ਦੋ ਤਿੰਨ ਹੋਰ ਕੀਤੇ ਨੇ ਔਰ ਕਨਕਲੂਜਨ 'ਚ ਪੰਨੂ ਨੂੰ ਕੋਟ ਜਿਹੜਾ ਕੀਤਾ ਉਹ ਠੀਕ ਹੈ, ਕਿਉਂਕਿ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਵੀ ਇਨ ਦਾ ਐਂਡ ਅਸੀਂ ਇੱਕ ਸੋਵਰਨ ਇੰਡੀਪੈਂਡੈਂਟ ਕੰਟਰੀ, ਇੰਡੀਅਨ ਆਕੂਪਾਈਡ ਪੰਜਾਬ ਦੇ ਵਿੱਚ। ਹੁਣ ਜਦੋਂ ਇਹ ਸਟੋਰੀ ਵੀ ਇੰਡੀਅਨ ਆਕੂਪਾਈਡ ਪੰਜਾਬ ਹੈ, ਫਿਰ ਉਹਨੂੰ ਇਹ ਪੁੱਛਣ ਦੀ ਕੀ ਲੋੜ ਹੈ ਵੇਅਰ ਐਂਡ ਵੈਨ। ਉਹਨੇ ਕਿਹਾ ਜੀ ਅਸੀਂ ਇੰਡੀਅਨ ਆਕੂਪਾਈਡ ਪੰਜਾਬ ਬਣਾਵਾਂਗੇ ਕਿਉਂਕਿ ਸਿੱਖਸ ਆਰ ਇੰਡੀਜੀਨਸ ਪੀਪਲ ਆਫ ਪੰਜਾਬ, ਅਸੀਂ ਉੱਥੋਂ ਦੇ ਮੂਲ ਵਾਸੀ ਹਾਂ। ਐਂਡ ਹੈਵ ਏ ਹਿਸਟੋਰੀਕਲ ਹੋਮਲੈਂਡ, ਸਾਡਾ ਇਤਿਹਾਸਕ ਹੋਮਲੈਂਡ ਹੈ। ਐਂਡ ਏ ਸੈਪਰੇਟ ਰਿਲੀਜਨ, ਸਾਡਾ ਇੱਕ ਵੱਖਰਾ ਧਰਮ ਹੈ। ਐਂਡ ਹੈਵ ਦਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਔਰ ਸਾਡਾ ਸਵੈ ਨਿਰਣੇ ਦਾ ਹੱਕ ਹੈ। ਸੋ ਮੈਂ ਸਮਝਦਾ ਹਾਂ ਕਿ ਵੀ ਇਸ ਪਾਰਟ ਨੇ ਇੱਕ ਵਾਰ ਫੇਰ ਜਿਹੜੀ ਗੱਲ ਆਲਮੋਸਟ 25 ਸਾਲ ਪਹਿਲਾਂ ਉਹਨਾਂ ਦੋ ਸਿਆਣਿਆਂ ਬੰਦਿਆਂ ਨੇ ਕਹੀ ਸੀ ਔਰ ਜਿਹਦੇ ਤੇ ਮੈਂ ਸਖਤੀ ਨਾਲ ਪਹਿਰਾ ਦਿੱਤਾ ਹੈ, ਇੱਕ ਵਾਰ ਮੈਂ ਥੋੜਾ ਜਿਹਾ ਸਿੱਖੀ ਸਰੂਪ ਦੇ ਉਸ ਪਾਰਟ ਥੱਲੇ, ਹਾਲਾਂਕਿ ਉਹਨੂੰ ਮੈਂ ਕਿਹਾ ਵੀ, ਮੈਂ ਕਿਹਾ ਦੇਖ ਤੂੰ ਦੂਸਰਾ ਬੰਦਾ ਹੈ ਜਿਹਨੂੰ ਮੈਂ ਇੰਟਰਵਿਊ ਦੇਣ ਲੱਗਾ ਇਸ ਲਈ ਕਿ ਤੇਰੇ ਸਿਰ ਤੇ ਪੱਗ ਹੈ, ਤੂੰ ਸਿੱਖ ਹੈ ਜੀ। ਔਰ ਉਹਨੂੰ ਮੈਂ ਪੁੱਛਿਆ ਵੀ, ਮੈਂ ਕਿਹਾ ਕਿੰਨੇ ਕੁੱਥੇ ਹੋਰ ਸਿੱਖ ਮੁੰਡੇ ਕੁੜੀਆਂ, ਹਾਲੇ ਮੈਨੂੰ ਪਤਾ ਹੈ ਵੀ ਕਾਫੀ ਨੇ ਮੀਡੀਆ 'ਚ, ਨਹੀਂ ਜੀ ਬਹੁਤ ਨੇ। ਦੂਜਾ ਮੈਂ ਕਿਹਾ ਦੇਖ ਸਿੱਖ ਹੈ ਨਾ, ਇਮਾਨਦਾਰੀ ਨਾਲ ਕਰੀ ਸਟੋਰੀ। ਔਰ ਪਰ ਮੈਂ ਸਮਝਦਾ ਵੀ ਉਹ ਜਿਵੇਂ ਸਰ ਕਪੂਰ ਸਿੰਘ ਦੀ ਗੱਲ ਜਿਹੜੀ ਉਹਨਾਂ ਨੇ ਕਿਸੇ ਫਿਲਾਸਫਰ ਨੂੰ ਕੋਟ ਕੀਤਾ ਸੀ ਕਿ ਜੇ ਕਿਸੇ ਬੰਦੇ ਦੀ ਤਨਖਾਹ ਇਸ ਗੱਲ ਤੇ ਨਿਰਭਰ ਹੋਏ ਕਿ ਉਸਨੇ ਕਿਸੇ ਗੱਲ ਨੂੰ ਨਹੀਂ ਸਮਝਣਾ ਤੇ ਉਹਨੂੰ ਤੁਸੀਂ ਸਮਝਾ ਨਹੀਂ ਸਕਦੇ। ਸੋ ਜਿਹਦਾ ਮਿਸ਼ਨ ਹੀ ਇਹ ਸੀ, ਜਿਹਨੂੰ ਲਿਆਈ ਦਿੱਲੀ ਗੁਰਦੁਆਰਾ ਕਮੇਟੀ, ਉਹ ਕੋਈ ਹੋਰ ਗੱਲ ਲਈ ਤਾਂ ਲਿਆਏ ਨਹੀਂ, ਤੇ ਦਿੱਲੀ ਕਮੇਟੀ ਆਪ ਕਿਹੜੇ ਮਿਸ਼ਨ ਤੇ ਸੀ। ਸੋ ਮੈਂ ਸਮਝਦਾ ਹਾਂ ਵੀ ਇਸ ਬੰਦੇ ਨੇ ਨਾ ਸਿਰਫ ਇਹ ਸਟੋਰੀ ਦੇ ਨਾਲ ਰੈਫਰੈਂਡਮ ਦਾ ਤਾਂ ਕੀ ਡੈਮੇਜ ਹੋਏਗਾ, ਜਾਂ ਸਾਡੀਆਂ ਰਿਲੇਸ਼ਨਸ਼ਿਪਸ ਇੱਥੇ ਇੱਕ ਦੂਜੇ ਨਾਲ ਜਿਨ੍ਹਾਂ ਨਾਲ ਅਸੀਂ 20-25 ਸਾਲ ਕੰਮ ਕੀਤਾ ਹੈ, ਅਸੀਂ ਤਾਂ ਸਮਝਦੇ ਹਾਂ ਕਿ ਵੀ ਇਹ ਗੇਮ ਕੀ ਹੈ। ਔਰ ਫੌਰਨ ਜਦੋਂ ਸਟੋਰੀ ਆਈ ਗੁਰਪਤਵੰਤ ਹੋਰਾਂ ਨੇ ਮੈਨੂੰ ਭੇਜੀ ਐਂਡ ਵੀ ਵਰ ਲਾਫਿੰਗ ਕਿ ਬਈ ਦੇਖ ਲਓ ਇਹਨਾਂ ਦਾ ਹਾਲ, ਇਹ ਹੁਣ ਸਾਨੂੰ ਲੜਾਉਣ ਤੇ ਲੱਗ ਪਏ। ਲੇਕਿਨ ਇਹ ਗੱਲ ਇਹ ਸਾਬਤ ਕਰਦੀ ਹੈ ਕਿ ਕਿਸ ਹੱਦ ਤੱਕ ਜਰਨਲਿਜ਼ਮ ਵਰਗਾ ਕਿੱਤਾ ਜਿਹੜਾ ਕਿ ਸੱਚ ਸਾਹਮਣੇ ਲਿਆਉਣ ਦੇ ਲਈ ਹੋਣਾ ਚਾਹੀਦਾ ਹੈ, ਉਹ ਅੱਜ ਸਰਕਾਰ ਦੀ ਏਜੰਸੀਆਂ ਦੀ ਖੇਡ ਜਿਹੜੀ ਹੈ ਖੇਡ ਰਹੇ ਨੇ ਔਰ ਮਿਸ ਇਨਫੋਰਮੇਸ਼ਨ ਪੈਦਾ ਕਰ ਰਹੇ ਨੇ ਜੀ। ਸੋ ਇਸ ਦੇ ਨਾਲ ਅੱਜ ਫਿਰ ਇਹਦੇ ਨਾਲ ਹੀ ਗੁਜ਼ਾਰਾ ਕਰ ਲੈਣੇ ਆ। ਡਾਕਟਰ ਸਾਹਿਬ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।